ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਪੰਜਾਬ ਦੇ ਵਿੱਚ ਲੋਕਡਾਊਨ ਕੀਤਾ ਗਿਆ ਸੀ, ਉੱਥੇ ਹੀ ਦੂਜੇ ਪਾਸੇ ਇਸ ਲੋਕਡਾਊਨ ਦੇ ਦੌਰਾਨ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਕਾਫੀ ਦੇਖੇ ਗਏ ਸਨ, ਜਿਸ ਨੂੰ ਚੱਲਦਿਆਂ ਜਲੰਧਰ ਦੇ ਕਮਿਸ਼ਨਰੇਟ ਵੱਲੋਂ ਇੱਕ ਹੈਲਪਲਾਈਨ ਲਾਂਚ ਕੀਤੀ ਗਈ ਸੀ, ਜਿਸ ਦੇ ਵਿੱਚ ਜਿੰਨੇ ਵੀ ਡੋਮੈਸਟਿਕ ਵਾਇਲੈਂਸ ਕੇਸਿਸ ਸਨ ਉਹਨਾਂ ਨੂੰ ਸਾਹਮਣੇ ਲੈ ਕੇ ਆਇਆ ਜਾਂਦਾ ਸੀ, ਉਹਨਾਂ ਦੀ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਸਨ। ਤੇ ਇਸ ਹੈਲਪਲਾਈਨ ਦੇ ਦੌਰਾਨ ਇੱਕ ਐਸੀ ਚੀਜ਼ ਵੀ ਦੇਖਣ ਨੂੰ ਮਿਲੀ ਸੀ ਜਿਸ ਦੇ ਨਾਲ ਇੱਕ ਸਾਈਕੋਲੋਜਿਸਟ ਦੇ ਕਾਉਂਸਲਿੰਗ ਦੇ ਰਾਹੀਂ ਇਹਨਾਂ ਕੇਸਿਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਕਿ ਜਿੰਨੇ ਵੀ ਕੇਸਿਸ ਡੋਮੈਸਟਿਕ ਵਾਇਲੈਂਸ ਦੇ ਸਾਹਮਣੇ ਆਉਂਦੇ ਸਨ ਉਹ ਘਰ ਦੇ ਵਿੱਚ ਹੀ ਜਿਹੜਾ ਹੈ ਉਹਨਾਂ ਦੇ ਆਪਸ ਜੀ ਮਿਲ ਕੇ ਉਹਨਾਂ ਨੂੰ ਸੋਲਵ ਕਰ ਲੈਣ। ਤੇ ਕਿਉਂ ਬੇਸਿਕਲੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਉਂ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਸਾਹਮਣੇ ਆ ਰਹੇ ਨੇ, ਕੀ ਕਾਰਨ ਹੈ ਇਸ ਲੋਕਡਾਊਨ ਦੇ ਦੌਰਾਨ ਡੋਮੈਸਟਿਕ ਵਾਇਲੈਂਸ ਕੇਸਿਸ ਸਾਹਮਣੇ ਆਏ ਨੇ। ਇਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਡਾਕਟਰ ਜਸਬੀਰ ਕੌਰ, ਜੋ ਕਿ ਖੁਦ ਇੱਕ ਸਾਈਕੋਲੋਜਿਸਟ ਨੇ ਤੇ ਜਲੰਧਰ ਕਮਿਸ਼ਨਰੇਟ ਦੇ ਅੰਡਰ ਜਿਹੜੇ ਵੀ ਕੇਸਿਸ ਸਾਹਮਣੇ ਆਉਂਦੇ ਨੇ ਉਹਨਾਂ ਦੀ ਕਾਉਂਸਲਿੰਗ ਕਰਦੇ ਨੇ, ਉਹਨਾਂ ਪੀੜਤਾਂ ਦੀ ਕਾਉਂਸਲਿੰਗ ਕਰਦੇ ਨੇ। ਅਸੀਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਉਂ ਜਿਹੜੇ ਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਇਸ ਲੋਕਡਾਊਨ ਦੇ ਵਿੱਚ ਵਧੇ ਨੇ। ਸਤਿ ਸ਼੍ਰੀ ਅਕਾਲ। ਸਭ ਤੋਂ ਮੈਮ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਕੀ ਕਾਰਨ ਰਿਹਾ ਕਿ ਜਿਹੜਾ ਲੋਕਡਾਊਨ ਹੋਇਆ, ਹਾਲਾਂਕਿ ਕਰੋਨਾ ਵਾਇਰਸ ਤੋਂ ਬਚਣ ਦੇ ਲਈ ਇਹ ਲੋਕਡਾਊਨ ਕੀਤਾ ਗਿਆ ਸੀ ਤਾਂ ਕਿ ਜਿਹੜੇ ਲੋਕਾਂ ਨੂੰ ਪ੍ਰੋਬਲਮ ਨਾ ਆਵੇ, ਬਟ ਇਸ ਲੋਕਡਾਊਨ ਦੇ ਦੌਰਾਨ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਕਾਫੀ ਜ਼ਿਆਦਾ ਦੇਖਣ ਦੇ ਵਿੱਚ ਆਏ, ਇੱਕ ਅਮਾਊਂਟ ਉਹਨਾਂ ਦਾ ਕਾਫੀ ਵੱਧ ਗਿਆ। ਤੁਸੀਂ ਕੀ ਕਾਰਨ ਸਮਝਦੇ ਹੋ ਇਹ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਸਿਰਫ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਹੀ ਨਹੀਂ, ਮੈਂਟਲ ਹੈਲਥ ਦੇ ਸਾਰੇ ਇਸ਼ੂਜ਼ ਜਿਹਦੇ ਵਿੱਚ ਡਿਪਰੈਸ਼ਨ, ਸੁਸਾਈਡਲ ਆਈਡੀਏਸ਼ਨ, ਵਿਚਾਰ ਆਣੇ, ਔਰ ਇਹ ਸਾਰੀਆਂ ਚੀਜ਼, ਐਂਗਜ਼ਾਈਟੀ ਬਹੁਤ ਜ਼ਿਆਦਾ ਵੱਧ ਗਈ ਲੋਕਾਂ ਦੀ, ਇਹ ਸਾਰਾ ਕੁਝ ਹੋਇਆ। ਉਹਦਾ ਮੇਨ ਕਾਰਨ ਇਹ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਕਿਸੇ ਚੀਜ਼ 'ਚ ਬੰਦ ਕਰ ਲੈਂਦੇ ਹਾਂ, ਲੋਕਡਾਊਨ ਕਰ ਲੈਂਦੇ ਹਾਂ, ਉਹਦਾ ਮਤਲਬ ਅਸੀਂ ਆਪਣੀ ਥਾਟ, ਆਪਣਾ ਸਾਰਾ ਕੁਝ ਬੰਦ ਕਰ ਲਿਆ। ਅਸੀਂ ਕਿਸੇ ਨਾਲ ਬਹੁਤੀ ਜ਼ਿਆਦਾ ਸ਼ੇਅਰਿੰਗ ਕਰ ਨਹੀਂ ਪਾ ਰਹੇ। ਅਤੇ ਇੱਕ ਤਾਂ ਇਹ ਹੈ ਕਿ ਅਸੀਂ ਸਾਰੇ ਜਣੇ ਇੱਕਦਮ ਬੰਦ ਹੋ ਗਏ, ਔਰ ਜਿਹੜਾ ਸਾਡਾ ਆਊਟਰ ਵਰਲਡ ਸੀਗਾ, ਚਾਹੇ ਉਹ ਨੌਜਵਾਨ ਬੱਚੇ ਸੀ, ਚਾਹੇ ਉਹ ਹਸਬੈਂਡ ਵਾਈਫ ਸੀ, ਉਹਨਾਂ ਸਾਰਿਆਂ ਦਾ ਜਿਹੜਾ ਆਪਣਾ ਸੰਸਾਰ ਸੀ ਉਹ ਬੜਾ ਸੀਮਤ ਹੋ ਗਿਆ। ਰਿਸ਼ਤਿਆਂ ਦੇ ਵਿੱਚ ਦੂਸਰਾ ਕਾਰਨ ਕੀ ਹੋਇਆ ਕਿ ਹਰ ਰਿਸ਼ਤੇ, ਖਾਸ ਤੌਰ 'ਤੇ ਮੈਰਿਟਲ ਰਿਸ਼ਤਿਆਂ ਦੇ ਵਿੱਚ ਹਰ ਬੰਦੇ ਦੀ ਆਪਣੀ ਇੱਕ ਪਰਸਨਲ ਸਪੇਸ ਚਾਹੀਦੀ ਹੈ। ਰਿਸ਼ਤੇ ਨੂੰ ਵਧਣ ਫੁੱਲਣ ਵਾਲੀ, ਜਿੱਦਾਂ ਇੱਕ ਦਰਖਤ ਨੇ ਵਧਣਾ ਹੁੰਦਾ ਤਾਂ ਅਸੀਂ ਡਿਸਟੈਂਸ ਰੱਖ ਕੇ ਲਗਾਉਂਦੇ ਹਾਂ ਨਾ, ਇੰਨੀ ਡਿਸਟੈਂਸ 'ਤੇ ਪੌਦਾ ਲਾਈਏ ਅਤੇ ਇਹ ਫਲੇਗਾ। ਅਤੇ ਇਸੇ ਤਰ੍ਹਾਂ ਹੀ ਰਿਸ਼ਤੇ ਨੂੰ ਜਦੋਂ ਅਸੀਂ ਪਨਪਣਾ ਨਾ, ਰਿਸ਼ਤੇ ਨੇ ਉਦੋਂ ਵਧਣਾ ਜਦੋਂ ਅਸੀਂ ਉਹਨੂੰ ਇੱਕ ਪ੍ਰੋਪਰ ਇੰਡੀਪੈਂਡੈਂਸ ਦੇਈਏ, ਸਪੇਸ ਦੇਈਏ। ਗੱਲ ਇਹ ਹੋਈ ਕਿ ਜਦੋਂ ਅਸੀਂ ਬੰਦ ਹੋ ਗਏ ਘਰਾਂ 'ਚ, ਸਾਡੀ ਆਪਸੀ ਸਪੇਸ ਜਿਹੜੀ ਆ ਉਹ ਬਹੁਤ ਜ਼ਿਆਦਾ ਘੱਟ ਗਈ। ਤੀਸਰੀ ਗੱਲ ਆਏਗੀ ਕਿ ਜਿਹੜੇ ਸਾਡੇ ਕਈ ਹਰ ਪਰਸਨਲ ਸਪੇਸ ਕਿਉਂ ਚਾਹੀਦੀ ਬੰਦੇ ਨੂੰ, ਇਸ ਕਰਕੇ ਚਾਹੀਦੀ ਕਿ ਹਰ ਇੱਕ ਦੇ ਕੁਛ ਨਾ ਕੁਛ ਪਰਸਨਲ ਇਸ਼ੂਜ਼ ਹੁੰਦੇ ਆ। ਮੈਰਿਡ ਲਾਈਫ ਹੁੰਦੇ ਹੋਏ ਵੀ ਬੰਦਾ ਆਪਣੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਦੂਜਿਆਂ ਦੀ ਹੈਲਪ ਦੇ ਨਾਲ ਸੋਲਵ ਕਰ ਰਿਹਾ ਹੁੰਦਾ, ਦੋਸਤਾਂ, ਮਿੱਤਰਾਂ, ਸਹੇਲੀਆਂ ਦੇ ਨਾਲ ਗੱਲਬਾਤ ਕਰਕੇ। ਉਹ ਸਾਰਾ ਜਿਹੜਾ ਕਥਾਰਸਿਸ, ਅਸੀਂ ਸਾਈਕੋਲੋਜੀ ਵਾਲੇ ਕਥਾਰਸਿਸ ਵਰਡ ਉਹਦੇ ਲਈ ਯੂਜ਼ ਕਰਦੇ ਹਾਂ ਕਿ ਆਪਣੀ ਗੱਲ ਜਿਹੜੀ, ਆਪਣੀਆਂ ਜਿਹੜੀਆਂ ਬੰਦ ਇਮੋਸ਼ਨਸ ਆ ਉਹਨੂੰ ਬਾਹਰ ਕੱਢਣਾ, ਉਹ ਜਿਹੜਾ ਉਹ ਬੰਦ ਹੋ ਗਿਆ। ਅਤੇ ਚੌਥੀ ਜਿਹੜੀ ਮੈਂ ਦੇਖੀ ਗੱਲ ਉਹ ਆਈ ਹੈ ਕਿ ਫ਼ੋਨ ਨੇ ਵੀ ਬੜਾ ਕੰਮ ਖਰਾਬ ਕੀਤਾ। ਫ਼ੋਨ ਜਿਹੜਾ ਸੀਗਾ ਉਹ ਅਸੀਂ ਯੂਜ਼ ਕਰਦੇ ਹਾਂ ਜਦੋਂ ਬਾਹਰ ਜਾਂਦੇ ਹਾਂ, ਕਈ ਤਰ੍ਹਾਂ ਦੇ ਮੈਸੇਜ, ਅਸੀਂ ਇੱਕ ਜਿਹੜੀ ਅਟੈਂਸ਼ਨ ਆਪਣੇ ਕੰਮਾਂ ਵੱਲ ਨੂੰ ਛੱਡ ਕੇ, ਅਸੀਂ ਅਟੈਂਸ਼ਨ ਆਪਣੇ ਦੋਸਤ ਮਿੱਤਰਾਂ ਤੋਂ ਛੱਡ ਕੇ, ਆਪਣੇ ਪ੍ਰੋਫੈਸ਼ਨ ਤੋਂ ਛੱਡ ਕੇ ਇੱਕ ਦੂਜੇ ਨੂੰ ਹਸਬੈਂਡ ਵਾਈਫ ਐਕਸਪਲੋਰ ਕਰਨਾ ਸ਼ੁਰੂ ਕਰ ਲਏ। ਇਹਦੇ ਰਿਸ਼ਤੇ ਕਿਹਦੇ ਨਾਲ, ਇਹਨੂੰ ਕਿਹਦਾ ਮੈਸੇਜ ਆ ਰਿਹਾ, ਉਹਦੇ ਨਾਲ ਜਿਹੜੀਆਂ ਲੜਾਈਆਂ ਝਗੜੇ ਬਹੁਤ ਜ਼ਿਆਦਾ ਵੱਧ ਗਏ। ਲੜਾਈਆਂ ਝਗੜੇ ਇੱਦਾਂ ਵੀ ਵਧੇ ਕਿ ਜਿਹੜੇ ਲੋਕ ਬਾਹਰੋਂ ਆਏ ਹੋਏ ਸੀ, ਦੂਜੀਆਂ ਕੰਟਰੀਜ਼ ਤੋਂ, ਕੋਈ ਦੁਬਈ ਤੋਂ ਆਇਆ, ਕੋਈ ਸਿੰਗਾਪੁਰ ਤੋਂ ਆਇਆ, ਕੋਈ ਕੈਨੇਡਾ ਤੋਂ ਆਇਆ, ਉਹ ਇੱਥੇ ਬੰਦ ਹੋ ਗਏ। ਜਦੋਂ ਇੱਥੇ ਆ ਕੇ ਲੋਕਡਾਊਨ ਹੋ ਗਿਆ ਔਰ ਉਹਨਾਂ ਨੂੰ ਉਹ ਸਟ੍ਰੈਸ ਪੈ ਗਿਆ, ਬਹੁਤ ਜ਼ਿਆਦਾ ਐਂਗਜ਼ਾਈਟੀ, ਔਰ ਤੁਸੀਂ ਸੁਣਿਆ ਸੁਸਾਈਡ ਕਰ ਲਈ ਕਈ ਲੋਕਾਂ ਨੇ, ਕਿਉਂਕਿ ਉਹਨਾਂ ਨੂੰ ਉੱਥੇ ਦੀ ਕੰਮ ਦੀ ਚਿੰਤਾ ਸਤਾਉਣ ਲੱਗੀ, ਕਈਆਂ ਨੂੰ ਆਪਣੇ ਵੀਜ਼ੇ ਦੀ ਚਿੰਤਾ ਸਤਾਉਣ ਲੱਗੀ, ਔਰ ਇੱਥੇ ਜਿਹੜੇ ਹਸਬੈਂਡ ਵਾਈਫ ਦੇ ਉਹ ਮਹੀਨੇ ਲਈ ਜਾਂ 15 ਦਿਨ ਲਿਆਏ ਸੀ, ਉਹਨਾਂ ਨੂੰ ਇੱਥੇ 6-6 ਮਹੀਨੇ ਵਾਸਤੇ ਉਹਦੇ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਡਿਸਟਰਬੈਂਸ ਕ੍ਰੀਏਟ ਕੀਤੀ, ਔਰ ਆਪਸੀ ਜਿਹੜੀ ਡੋਮੈਸਟਿਕ ਵਾਇਲੈਂਸ ਹੈ ਉਹ ਵਧੀ। ਉਹਦੇ ਫਾਈਨੈਂਸ਼ੀਅਲ ਇਸ਼ੂ, ਜਿਹੜੇ ਲੋ ਪਾਵਰਟੀ ਲਾਈਨ ਹੈ ਉਹਨਾਂ ਵਿੱਚ ਫਾਈਨੈਂਸ਼ੀਅਲ ਇਸ਼ੂਜ਼ ਬੜੇ ਸੀਰੀਅਸ ਹੋ ਗਏ, ਕਿਉਂਕਿ ਤਨਖਾਹਾਂ ਬੰਦ ਹੋ ਗਈਆਂ ਜਾਂ ਕੱਟਣ ਲੱਗ ਗਈਆਂ, ਨੌਕਰੀਆਂ ਚਲੀਆਂ ਗਈਆਂ। ਅਤੇ ਜਿਹੜੀ ਇਕੋਨਮੀ, ਤੁਹਾਡੇ ਸੋਸ਼ਲ ਰਿਲੇਸ਼ਨਸ਼ਿਪਸ ਔਰ ਤੁਹਾਡਾ ਆਪਸੀ ਜਿਹੜਾ ਸਪੇਸ ਸੀ ਉਹ ਖ਼ਤਮ ਹੋ ਕੇ ਅਸੀਂ ਇੱਕ ਦੂਜੇ ਦੇ ਵਿੱਚ, ਜਿੱਦਾਂ ਕਹਿੰਦੇ ਕਿ ਘਰ ਦੇ ਵਿੱਚ ਜਦੋਂ ਇੱਕ ਜਣਾ ਜਾਂ ਦੋ ਜਣੇ, ਜਿੱਥੇ 6 ਜਣੇ ਇੱਕ ਦੂਜੇ 'ਚ ਵੱਜਣ ਲੱਗ ਗਏ,
ਬਸ ਉਹੀ ਹੋਇਆ। ਅਸੀਂ ਇੱਕ ਦੂਜੇ ਦੇ ਨਾਲ ਟਕਰਾਉਣ ਲੱਗ ਗਏ, ਨਾਟ ਓਨਲੀ ਫਿਜ਼ੀਕਲੀ, ਇਮੋਸ਼ਨਲੀ। ਹਾਂ, ਜਿੰਨੇ ਪੁਰਾਣੇ ਇਸ਼ੂ ਸੀਗੇ, ਗੱਲਾਂ ਕਰਨ ਲਈ ਟਾਈਮ ਮਿਲ ਗਿਆ। ਔਰ ਜਦੋਂ ਅਸੀਂ ਗੱਲਾਂ ਕਰਦੇ ਹਾਂ ਉਹ 'ਚ ਕੋਈ ਨਾ ਕੋਈ ਗੱਲ ਨਿਕਲ ਆਉਂਦੀ। ਗੱਲ ਕਰਦੇ 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 ਅਸੀਂ ਲੜਾਈ ਝਗੜੇ 'ਚ ਕਨਵਰਟ ਹੋ ਗਏ, ਅਤੇ ਇਹ ਪ੍ਰੋਬਲਮਸ ਜਿਹੜੀਆਂ ਵੱਧ ਗਈਆਂ। ਜੇਕਰ ਗੱਲ ਕੀਤੀ ਜਾਵੇ ਮੈਡਮ, ਕਮਿਸ਼ਨਰੇਟ ਤੋਂ ਤੁਹਾਨੂੰ ਬਹੁਤ ਸਾਰੇ ਕੇਸਿਸ ਤੁਹਾਡੇ ਸਾਹਮਣੇ ਆਏ ਹੋਣਗੇ। ਜੇਕਰ ਆਪਾਂ ਗੱਲ ਕਰੀਏ ਉਹਨਾਂ ਦੇ ਵਿੱਚ ਮੈਕਸਿਮਮ ਜਿਹੜੇ ਕੇਸਿਸ ਸਨ ਡੋਮੈਸਟਿਕ ਵਾਇਲੈਂਸ ਦੇ, ਆਪਾਂ ਗੱਲ ਕਰੀਏ ਤੇ ਕਿਸ ਲੜਾਈ ਦੇ ਉੱਤੇ ਬੇਸਡ ਹੁੰਦੇ ਸੀ? ਕਿਉਂ ਉਹਨਾਂ ਦੇ ਵਿੱਚ ਇੰਨੀ ਮਤਲਬ ਲੜਾਈ ਵੱਧ ਜਾਂਦੀ ਸੀ ਕਿ ਉਹਨਾਂ ਨੂੰ ਮਤਲਬ ਪੁਲਿਸ ਦੀ ਮਦਦ ਤੱਕ ਦੀ ਲੋੜ ਪੈਂਦੀ ਸੀ? ਦੇਖੋ, ਉਹਦੇ ਵਿੱਚ ਫਾਈਨੈਂਸ਼ੀਅਲ ਆਇਆ ਇਸ਼ੂ, ਬਹੁਤ ਸੀਰੀਅਸ ਆਇਆ। ਔਰ ਜਿਹੜੇ ਲੋਕ ਬਾਹਰੋਂ ਆਏ ਹੋਏ ਸੀ, ਦੁਬਈ ਤੋਂ ਆਇਆ ਹੋਇਆ ਲੜਕਾ ਹੈ, ਉਹ ਉੱਥੇ ਕੰਮ ਕਰ ਰਿਹਾ। ਇੱਥੇ ਵਾਈਫ ਦੀਆਂ ਜਿਹੜੀਆਂ ਡਿਮਾਂਡ ਸੀ, ਉਹ ਇਨ-ਲॉज ਦੇ ਵਿੱਚ ਰਹਿ ਰਹੀ ਆ, ਉਹ ਗੁਜ਼ਾਰਾ ਕਰ ਰਹੀ ਸੀ, ਜੀ ਰਹੀ ਸੀ। ਲੇਕਿਨ ਜਿੱਦਾਂ ਹੀ ਉਹ ਇੱਥੇ ਆ ਕੇ ਲੋਕਡਾਊਨ 'ਚ ਫਸ ਗਿਆ ਅਤੇ ਆਪਸੀ ਜਿਹੜੀ ਗੱਲਬਾਤ ਜ਼ਿਆਦਾ ਹੋਣ ਲੱਗੀ। ਔਰ ਉਹਦੇ ਵਿੱਚ ਉਹ ਕਹਿ ਰਹੀ ਹੈ ਜੀ ਮੈਂ ਤਾਂ ਬਿਊਟੀ ਪਾਰਲਰ ਹੀ ਖੋਲ੍ਹਣਾ, ਹਾਲੇ ਕਿ ਲੋਕਡਾਊਨ ਹੈ, ਬਿਊਟੀ ਪਾਰਲਰ ਤਾਂ ਖੁੱਲ੍ਹ ਵੀ ਨਹੀਂ। ਬਟ ਉਹ ਜਿਹੜੀ ਜ਼ਿੱਦਾਂ ਸੀ ਨਾ ਇੱਕ ਦੂਜੇ ਦੇ ਪ੍ਰਤੀ, ਅਤੇ ਕਈ ਥਾਵਾਂ 'ਤੇ ਮੈਂ ਦੇਖਿਆ ਕਿ ਲੜਕਾ ਰਹਿ ਰਿਹਾ ਘਰ ਦੇ ਵਿੱਚ, ਉਦੋਂ ਬਾਹਰ ਜਦੋਂ ਰਾਤ ਨੂੰ ਆਪਣੀ ਮਦਰ ਨੂੰ ਮਿਲਦਾ, ਉਸ ਤੋਂ ਬਾਅਦ ਸਵੇਰੇ ਉਹ ਕੰਮ 'ਤੇ ਚਲਾ ਜਾਂਦਾ ਸੀ। ਲੇਕਿਨ ਜਦੋਂ ਮਦਰ ਨੂੰ ਜ਼ਿਆਦਾ ਅਟੈਂਸ਼ਨ ਦੇਣ ਲੱਗਾ, ਘਰ 'ਚ ਰਹਿ ਰਹੇ ਸੀ, ਅਤੇ ਉਹਦੇ ਨਾਲ ਜਿਹੜੀ ਵਾਈਫ ਹੋਰ ਇਨਸਿਕਿਉਰ ਹੋ ਗਈ। ਇਹ ਲੜਾਈਆਂ ਜਿਹੜੀਆਂ, ਇਹ ਝਗੜੇ ਜਿਹੜੇ ਆ, ਇਹਦੇ 'ਚ ਫਾਈਨੈਂਸ਼ੀਅਲ ਅਤੇ ਸੋਸ਼ਲ ਅਤੇ ਇਮੋਸ਼ਨਲ ਅਤੇ ਜਿਹੜਾ ਡਿਜੀਟਲ ਸਾਡਾ ਜਿਹੜਾ ਸੋਸ਼ਲ ਮੀਡੀਆ ਇਹਨੇ, ਔਰ ਸਾਡੀ ਜਿਹੜੀ ਕਮਿਊਨੀਕੇਸ਼ਨ ਹੈ, ਨੈਟਵਰਕਿੰਗ ਹੈ, ਫੇਸਬੁੱਕ 'ਤੇ ਹੀ ਬੰਦਾ ਬੈਠਾ ਹੈ ਔਰ ਇੱਕ ਦੂਜੇ, ਇਹ ਸਾਰੇ ਨੇ ਵਿਅਕਤੀ ਨੂੰ ਬਹੁਤ ਸੀਮਤ ਕਰਤਾ। ਔਰ ਸੀਮਤ ਕੀ ਕੀਤਾ ਕਿ ਜਿਹੜਾ ਇੰਨਾ ਹੋਰਾਈਜ਼ਨ ਸੀ ਬਾਹਰ, ਕਿ ਅਸੀਂ ਬਾਹਰ ਤਾਂ ਇੰਨੇ ਜਣਿਆਂ ਨੂੰ ਮਿਲਦੇ ਹਾਂ, ਸਾਰਾ ਕੁਝ ਕੱਢ ਆਉਂਦੇ ਹਾਂ, ਲੇਕਿਨ ਉਹ ਹਸਬੈਂਡ ਵਾਈਫ ਤੱਕ ਹੀ ਸੀਮਤ ਹੋ ਕੇ ਬਹਿ ਗਿਆ। ਹੁਣ ਆਪਣੀ ਮਦਰ ਨਾਲ ਤਾਂ ਇਸ ਤਰ੍ਹਾਂ ਲੜੇਗਾ ਨਹੀਂ, ਜਾਂ ਔਰਤ ਵੀ ਇੱਦਾਂ, ਔਰਤ ਹਸਬੈਂਡ ਦੇ ਨਾਲ ਲੜਨ ਲੱਗੀ, ਹਸਬੈਂਡ ਔਰਤ ਨਾਲ, ਕਰਦੇ ਕਰਦੇ ਗੁੱਸੇ 'ਚ ਆ ਕੇ ਉਹ ਜਿਹੜੀ ਡੋਮੈਸਟਿਕ ਵਾਇਲੈਂਸ 'ਚ ਕਨਵਰਟ ਹੋ ਗਿਆ। ਜੇਕਰ ਗੱਲ ਕਰੀਏ, ਜਿੱਦਾਂ ਹੁਣ ਲੋਕਡਾਊਨ ਦੇ ਵਿੱਚ ਕੁਛ ਹੱਦ ਤੱਕ ਢਿੱਲ ਦਿੱਤੀ ਗਈ ਹੈ, ਲੋਕ ਆਪਣੇ ਕੰਮਾਂ ਕਾਰਾਂ 'ਤੇ ਜਾਣੇ ਸ਼ੁਰੂ ਹੋ ਗਏ ਨੇ, ਤੁਹਾਨੂੰ ਕੀ ਲੱਗਦਾ ਜਦੋਂ ਤੋਂ ਇਹ ਲੋਕਡਾਊਨ ਤੋਂ ਢਿੱਲ ਮਿਲੀ ਹੈ, ਕੀ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਘਟੇ ਨੇ ਕਿ ਹਾਲੇ ਵੀ ਉਨੇ ਹੀ ਜਾਰੀ ਨੇ, ਉਸੇ ਹਿਸਾਬ ਨਾਲ ਹੀ ਸਾਹਮਣੇ ਆ ਰਹੇ ਨੇ? ਕੀ ਲੋਕਾਂ ਦੇ ਸਮਝਣ ਦਾ ਲੈਵਲ ਜਿਹੜਾ ਹੈ ਹੁਣ ਉਸ 'ਚ ਵਾਧਾ ਘਾਟਾ ਹੋਇਆ, ਕੀ ਸਮਝਦੇ ਹੋ? ਮੇਰੇ ਹਿਸਾਬ ਦੇ ਨਾਲ ਅੱਗੇ ਨਾਲੋਂ ਕਾਫੀ ਘਟੇ। ਜਿੱਦਾਂ ਜਿੱਦਾਂ ਲੋਕਡਾਊਨ ਵਧਿਆ, ਉਦੋਂ ਡੋਮੈਸਟਿਕ ਵਾਇਲੈਂਸ ਜ਼ਿਆਦਾ ਵਧੀ। ਹੁਣ ਹੌਲੀ ਹੌਲੀ ਜਿਸ ਤਰ੍ਹਾਂ ਇਹ ਬਾਹਰ ਆਉਣ ਲੱਗੇ, ਚਾਹੇ ਉਹ ਘੱਟ ਸਮੇਂ ਲਈ ਬਾਹਰ ਜਾ ਰਹੇ ਹੈ, ਚਾਹੇ ਉਹ ਘੱਟ ਸਮੇਂ ਲਈ ਆਪਣੀ ਨੌਕਰੀ 'ਤੇ ਜਾ ਰਹੇ ਆ, ਬੈਟਰ ਫੀਲ ਕਰਨ ਲੱਗੇ। ਸਾਰੇ ਜਿਹੜੇ ਉਹਨਾਂ ਦੇ ਬਾਹਰ ਜਾਣ ਲਈ ਕੱਪੜੇ ਸੀ, ਚੀਜ਼ਾਂ ਸੀ, ਉਹ ਸਾਰਾ ਕੁਛ ਹੀ ਲੋਕਡਾਊਨ ਹੋ ਗਿਆ। ਅਤੇ ਉਹਦੇ ਨਾਲ ਕੀ ਹੈ ਕਿ ਅੰਦਰ ਦਾ ਜਿਹੜਾ ਸਟ੍ਰੈਸ ਸੀ, ਉਹ ਸਾਰਾ ਅੰਦਰ ਸੀ। ਹੁਣ ਕੰਪੈਰੀਟਿਵਲੀ ਅੱਗੇ ਨਾਲੋਂ ਬੈਟਰ ਹੈ। ਜੇਕਰ ਗੱਲ ਕੀਤੀ ਜਾਵੇ, ਹੁਣ ਵੀ ਚਲੋ ਭਾਵੇਂ ਘੱਟ ਗਏ ਨੇ, ਪਰ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਹਾਲੇ ਵੀ ਕਿਤੇ ਨਾ ਕਿਤੇ ਜ਼ਰੂਰ ਦੇਖੇ ਜਾਂਦੇ ਨੇ। ਇਹਨਾਂ ਤੋਂ ਬਚਣ ਦੇ ਲਈ ਇੱਕ ਆਮ ਇਨਸਾਨ ਨੂੰ ਜਾਂ ਇੱਕ ਆਮ ਪਰਿਵਾਰ ਦੇ ਵਿੱਚ ਕਿਹੜੀਆਂ ਐਸੀਆਂ ਹਿਦਾਇਤਾਂ ਨੇ ਜਿਨ੍ਹਾਂ ਦਾ ਅਕਸਰ ਜਿਹੜਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਮੈਨੂੰ ਇਹ ਲੱਗ ਰਿਹਾ ਬਹੁਤ ਜ਼ਿਆਦਾ ਵਾਇਲੈਂਸ ਅਤੇ ਡਿਪਰੈਸ਼ਨ ਬਹੁਤ ਜ਼ਿਆਦਾ ਇਸ ਵੇਲੇ ਹਸਬੈਂਡ ਵਾਈਫ ਦੇ ਵਿੱਚ, ਕਿਤੇ ਵਾਈਫ ਨੂੰ ਜ਼ਿਆਦਾ ਹੋ ਗਿਆ, ਕਿਤੇ ਹਸਬੈਂਡ ਨੂੰ ਜ਼ਿਆਦਾ ਹੋ ਗਿਆ। ਮੈਨੂੰ ਇਹ ਲੱਗ ਰਿਹਾ ਕਿ ਸਭ ਤੋਂ ਪਹਿਲੀ ਜ਼ਰੂਰੀ ਅੱਜ ਕੱਲ੍ਹ ਦੇ ਸਮੇਂ 'ਚ ਜਿਸ ਤਰੀਕੇ ਦੀ ਇੰਟਰੈਕਸ਼ਨ ਹੈ, ਵਾਈਫ ਦਾ ਆਪਣਾ ਫੋਨ ਹੈ, ਉਹਦੇ 'ਚ ਉਹਦੀ ਆਪਣੀਆਂ ਚੈਟਿੰਗ ਹੈ, ਉਹਦੀ ਆਪਣੀ ਚੈਟਿੰਗ ਹੈ, ਲਾਈਫ ਹਰ ਇੱਕ ਦੀ ਇੰਡੀਪੈਂਡੈਂਟ ਵੀ ਹੈ ਅਤੇ ਜੁੜੀ ਵੀ ਹੈ। ਮੁਸ਼ਕਿਲ ਇਹ ਆ ਰਹੀ ਹੈ ਕਿ ਮੈਨੂੰ ਇਹ ਲੱਗਦਾ ਇੱਕ ਤਾਂ ਮੈਰੀਟਲ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਬਿਫੋਰ ਮੈਰੀਟਲ ਕਾਉਂਸਲਿੰਗ, ਜਦੋਂ ਅਸੀਂ ਕੋਰਟਸ਼ਿਪ ਵਿੱਚ ਹੁੰਦੇ ਹਾਂ ਜਾਂ ਇੰਗੇਜਮੈਂਟ 'ਚ ਹੁੰਦੇ ਹਾਂ, ਸਾਡੇ ਡਰੀਮਸ ਫਰਕ ਹੈ, ਜਦੋਂ ਰਿਐਲਿਟੀ ਆਉਣੀ ਹੈ ਸਾਰਾ ਕੁਝ ਫਰਕ ਹੈ। ਅਤੇ ਇੱਕ ਦੂਸਰੇ ਦੇ ਨਾਲ ਕਿਵੇਂ ਰਹਿਣਾ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਰੀਟਲ ਕਾਉਂਸਲਿੰਗ 'ਚ ਸਿਖਾਉਣੀ ਹੁੰਦੀ ਹੈ, ਉਹ ਇਹ ਹੈ ਕਿ ਰਿਐਲਿਟੀ ਕੀ ਹੈ। ਦੂਸਰੀ ਗੱਲ ਹੈਗੀ ਹੈ ਟੋਲਰੈਂਸ, ਪੇਸ਼ੈਂਸ। ਅਤੇ ਉਹਦੇ 'ਚ ਮੇਨ ਗੱਲ ਸਭ ਤੋਂ ਵੱਡੀ ਇਹੀ ਹੈ ਕਿ ਸਾਨੂੰ ਪੇਸ਼ੈਂਸ ਨਾਲ, ਟੋਲਰੈਂਸ ਔਰ ਚੀਜ਼ਾਂ ਨੂੰ ਸੰਜਮ ਦੇ ਨਾਲ ਕੰਟਰੋਲ ਕਰਕੇ ਜੀਣਾ ਹੁੰਦਾ ਹੈ, ਜਿਹੜੀ ਕਿ ਬਹੁਤ ਵੱਡੀ ਮੁਸ਼ਕਿਲ ਆ ਰਹੀ ਹੈ। ਔਰ ਤੀਸਰਾ ਬਹੁਤ ਵੱਡਾ ਫੈਕਟਰ ਹੈ ਇੰਟਰਫੇਰੈਂਸ। ਪਹਿਲੇ ਲੜਕੀਆਂ ਦੇ ਪੇਰੈਂਟਸ ਦੀ ਇੰਨੀ ਇੰਟਰਫੇਰੈਂਸ ਨਹੀਂ ਸੀ, ਨਾ ਲੜਕੀਆਂ ਦੇ ਪੇਰੈਂਟਸ ਦੀ ਸੀ, ਨਾ ਲੜਕੀਆਂ ਦੇ ਆਊਟਰ ਰਿਲੇਸ਼ਨਸ਼ਿਪਸ ਦੀ ਸੀ, ਦੋਨੋਂ ਚੀਜ਼ਾਂ। ਹੁਣ ਕੁੜੀਆਂ ਦੇ ਜਾਂ ਲੜਕਿਆਂ ਦੇ ਬਾਹਰ ਦੇ ਰਿਲੇਸ਼ਨਸ਼ਿਪ ਇਫੈਕਟ ਕਰ ਜਾਂਦੇ, ਅਤੇ ਜਾਂ ਫਿਰ ਪੇਰੈਂਟਲ ਇੰਟਰਫੇਰੈਂਸ ਬਹੁਤ ਜ਼ਿਆਦਾ ਹੋ ਗਈ। ਇੱਕ ਮਿੰਟ 'ਚ ਤੇ ਅਸੀਂ ਆਪਣੇ ਪੇਰੈਂਟਸ ਨੂੰ ਇਨਫੋਰਮ ਕਰਦੇ ਹਾਂ, ਕੁੜੀਆਂ ਮੈਨੂੰ ਮਾਰਤਾ, ਇਹਨੇ ਮੈਨੂੰ ਗਾਲਾਂ ਕੱਢਤੀਆਂ। ਜਦੋਂ ਸਾਨੂੰ ਮੁਸ਼ਕਿਲ ਆਉਂਦੀ ਹੈ, ਸਾਨੂੰ ਮੁਸ਼ਕਿਲ ਆਪਣੇ ਆਪ ਸੋਲਵ ਕਰਨੀ ਚਾਹੀਦੀ ਹੈ।
ਔਰ ਉਸ ਬੰਦੇ ਤੋਂ ਮਦਦ ਲੈਣੀ ਚਾਹੀਦੀ ਹੈ ਜਿਹੜੀ ਤੁਹਾਡੀ ਆਬਜੈਕਟਿਵਲੀ ਗੱਲ ਕਰਕੇ ਮਦਦ ਕਰੇ, ਨਾ ਕਿ ਤੁਹਾਨੂੰ ਭੜਕਾ ਦੇ। ਬਹੁਤੀਆਂ ਕੁੜੀਆਂ ਉਹਨਾਂ ਲੋਕਾਂ ਨਾਲ ਗੱਲ ਕਰ ਲੈਂਦੀਆਂ ਹੈ ਜਾਂ ਮੁੰਡੇ ਬਹੁਤ ਘੱਟ ਵਾਰ ਸ਼ੇਅਰਿੰਗ ਕਰਦੇ ਆਪਣੀ ਪ੍ਰੋਬਲਮ, ਕੁੜੀਆਂ ਇੱਕਦਮ ਕਰਦੀਆਂ। ਫੀਮੇਲ ਮੇਲ 'ਚ ਫਰਕ ਹੈ। ਤੇ ਸਾਨੂੰ ਉਹਦੇ ਨਾਲ ਸ਼ੇਅਰਿੰਗ ਕਰੋ ਜਿਹਦੇ ਨਾਲ ਤੁਹਾਨੂੰ ਮਦਦ ਹੋ ਜਾਏ ਔਰ ਜੋ ਜੈਨੂਅਨਲੀ ਤੁਹਾਨੂੰ ਗਾਈਡ ਕਰੇ। ਅਦਰਵਾਈਜ਼ ਜਿਹੜੀਆਂ ਪ੍ਰੋਬਲਮਸ ਹੈ ਕਹਿੰਦੇ ਬੁਰੀ ਮੱਤ ਦੇ ਨਾਲ ਜਿਹੜੀਆਂ ਉਹ ਜ਼ਿਆਦਾ ਵੱਧ ਜਾਂਦੀਆਂ। ਜੇਕਰ ਗੱਲ ਕੀਤੀ ਜਾਵੇ ਮੈਡਮ, ਹੁਣ ਜਿੱਦਾਂ ਕਮਿਸ਼ਨਰੇਟ ਦੇ ਥਰੂ ਤੁਹਾਨੂੰ ਬਹੁਤ ਸਾਰੇ ਕੇਸਿਸ ਪਿੱਛੇ ਆਏ ਵੀ, ਤੁਸੀਂ ਦੇਖੇ ਵੀ, ਕਈ ਵਾਰੀ ਕੁਝ ਇੱਦਾਂ ਹੋਇਆ ਕਿ ਕਿਸੇ ਨੇ ਸਿਰਫ ਇੱਕ ਟੈਸਟ ਕਰਨ ਦੇ ਲਈ, ਜਾਂ ਕਈ ਲੋਕੀ ਫੇਕ ਕਾਲਸ ਵੀ ਕਰ ਲੈਂਦੇ ਨੇ, ਕੁਝ ਇੱਦਾਂ ਦੇ ਵੀ ਮਾਮਲੇ ਸਾਹਮਣੇ ਆਏ ਤੁਹਾਡੇ ਕਿ ਸਿਰਫ ਇੱਕ ਲੋਕ ਕਿਸੇ ਨੇ ਫੇਕ ਕਾਲ ਕਰ ਦਿੱਤੀ, ਜੈਸੇ ਬੋਗਸ ਕਾਲ ਕਰ ਦਿੱਤੀ ਕਿ ਚੈੱਕ ਕਰਕੇ ਦੇਖੀਏ ਕਿ ਕਿਸ ਤਰੀਕੇ ਨਾਲ ਕੰਮ ਕਰਦੇ, ਕਦੇ ਇਸ ਤਰੀਕੇ ਦਾ ਐਕਸਪੀਰੀਅੰਸ ਵੀ ਹੋਇਆ? ਦੇਖੋ ਉਹਦੇ 'ਚ ਬੜਾ ਅੱਛਾ ਇਹਨਾਂ ਨੇ ਕੰਟਰੋਲ ਕੀਤਾ ਹੋਇਆ ਸੀ, ਕਿਉਂਕਿ ਜਿਹੜੀਆਂ ਕਾਲ ਸੀ ਉਹ ਕੰਟਰੋਲ ਰੂਮ 'ਚ ਜਾਂਦੀਆਂ ਸੀ ਔਰ ਜਿਹੜਾ ਵੂਮਨ ਸੈੱਲ ਹੈ ਉਹ ਮੈਡਮ ਡੀਲ ਕਰਦੇ ਸੀ। ਪਹਿਲਾਂ ਉਹਨਾਂ ਦੀ ਪੂਰੀ ਹਿਸਟਰੀ ਲੈਂਦੇ ਸੀ, ਫਿਰ ਉਹ ਮੇਰੇ ਨਾਲ ਕੰਟੈਕਟ ਕਰਵਾਉਂਦੇ ਸੀ ਔਰ ਅਸੀਂ ਕਾਨਫਰੰਸ ਕਾਲਸ ਦੇ ਵਿੱਚ, ਜਿਹਦੇ 'ਚ ਉਹ ਮੈਡਮ ਵੀ ਆਪਣੇ ਆਫਿਸ ਦੇ ਵਿੱਚ ਪ੍ਰੈਜ਼ੈਂਟ ਸੀ, ਮੈਂ ਆਪਣੇ ਘਰ 'ਚ ਸੀ ਔਰ ਇਹ ਜਿਹੜੇ ਪੇਸ਼ੈਂਟਸ ਹੈ ਇਹ ਆਪਣੇ ਆਪਣੇ ਘਰਾਂ 'ਚ ਸੀ। ਅਤੇ ਮੇਰਾ ਖਿਆਲ ਹੈ ਸਾਨੂੰ ਕੋਈ ਇੱਦਾਂ ਦੀ ਫੇਕ ਕਾਲ ਨਹੀਂ ਆਈ, ਬੜੀ ਆਥੈਂਟਿਕ ਸੀ ਔਰ ਬੜੇ ਜੈਨੂਅਨ ਲੋਕ ਸੀ, ਕਿਉਂਕਿ ਕਾਉਂਸਲਿੰਗ ਲਈ ਵੀ ਉਹੀ ਲੋਕ ਸਾਹਮਣੇ ਆਏ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਸਾਨੂੰ ਕਾਉਂਸਲਰ ਦੀ ਮਦਦ ਦੀ ਲੋੜ ਹੈ। ਆਮ ਬੰਦਾ ਤੇ ਸਾਹਮਣੇ ਹੀ ਨਹੀਂ ਆਉਂਦਾ। ਔਰ ਇਸ ਵੇਲੇ ਲੋਕਾਂ ਨੂੰ ਇਹੀ ਸਿਖਾਉਣ ਦੀ ਲੋੜ ਹੈ। ਤੁਸੀਂ ਦੇਖ ਰਹੇ ਹੋ ਇਹੀ ਕਹਿ ਰਿਹਾ ਹੈ ਕਿ ਤੁਸੀਂ ਜਦੋਂ ਆਪਣੀ ਗੱਲ ਅੰਦਰ ਹੀ ਅੰਦਰ ਰੱਖ ਰਹੇ ਹੋ ਉਹਦੇ ਨਾਲ ਲੜਾਈਆਂ ਵੱਧਦੀਆਂ, ਅਤੇ ਤੁਸੀਂ ਇਹ ਗੱਲ ਨੂੰ ਕਿਸੇ ਸਿਆਣੇ ਕਾਉਂਸਲਰ ਦੇ ਨਾਲ ਕਰੋ ਤਾਂ ਕਿ ਇਹ ਸਿਚੁਏਸ਼ਨ ਬੜੀ ਜਲਦੀ ਸੰਭਲਦੀ ਹੈ। ਮੈਂ ਆਪਣੇ ਐਕਸਪੀਰੀਅੰਸ ਤੋਂ ਬੜੀ ਖੁਸ਼ ਹਾਂ, ਬੜੀ ਸੈਟਿਸਫਾਈਡ ਵੀ ਹਾਂ। ਪਰਸੋਂ ਸੰਡੇ ਨੂੰ ਮੈਨੂੰ ਇੱਕ ਫ਼ੋਨ ਕਾਲ ਆਈ ਕਪੂਰਥਲਾ ਤੋਂ, ਉਹ ਡਾਇਰੈਕਟ ਆਈ ਸੀ ਕਿ ਜੀ ਮੈਨੂੰ ਟਾਈਮ ਦੇ ਦਿਓ। ਅਤੇ ਮੈਂ ਕਿਹਾ ਨਹੀਂ ਟਾਈਮ ਨਹੀਂ ਹੈ, ਅਗਲੇ ਸੈਟਰਡੇ ਵੀ ਮੈਂ ਬਿਜ਼ੀ ਹਾਂ। ਅਤੇ ਥੋੜ੍ਹੀ ਦੇਰ ਬਾਅਦ ਉਹਦੀ ਵਾਈਫ ਦੀ ਆ ਗਈ ਕਿ ਮੈਡਮ ਪਲੀਜ਼ ਟਾਈਮ ਦੇ ਦਿਓ, ਕਿਉਂਕਿ ਮੈਂ ਤਾਂ ਸਾਰੀ ਰਾਤ ਸੌ ਨਹੀਂ ਰਹੀ ਔਰ ਮੈਂ ਬੜੀ ਮੁਸ਼ਕਿਲ 'ਚ ਹਾਂ। ਮੈਂ ਉਹਨਾਂ ਨੂੰ ਪਰਸੋਂ ਸ਼ਾਮ ਦਾ ਟਾਈਮ ਦਿੱਤਾ ਔਰ ਕੱਲ੍ਹ ਮੈਂ ਉਹਨਾਂ ਨੂੰ ਹੁਣ ਡੇਲੀ ਉਹਨਾਂ ਨੂੰ ਫੋਲੋ ਅਪ ਉਹਨਾਂ ਨੂੰ ਕਿਹਾ ਕਰਨਾ ਹੈ, ਤਾਂ ਕਿ ਕਿਉਂਕਿ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੈ ਬਟ ਮੈਂ ਉਹਨਾਂ ਫੋਲੋ ਅਪ ਤਾਂ ਕਰਾਂ। ਅਤੇ ਇੱਕ ਸਿਟਿੰਗ ਮੈਂ ਉਹਨਾਂ ਨੂੰ 2 ਘੰਟੇ ਦੀ ਦਿੱਤੀ ਬੁਲਾ ਕੇ, ਅਤੇ ਉਹ ਘਰ ਬੁਲਾਇਆ ਇੰਡੀਵਿਜੂਅਲੀ, ਇੱਕ ਨੂੰ ਬਾਹਰ ਬਿਠਾਇਆ, ਇੱਕ ਨੂੰ ਬਹੁਤ ਅੱਛੀ ਹੋਈ ਔਰ ਮੈਂ ਇੰਨੀ ਖੁਸ਼ ਹੋਈ ਕਿ ਉਹਦੇ ਨਾਲ ਹੀ ਉਹਦਾ ਇੱਕ ਬੜੀ ਵੱਡੀ ਚੇਂਜ ਆਈ। ਔਰ ਅਗਲੇ ਦਿਨ ਉਹਨੇ ਫ਼ੋਨ ਕਰਕੇ ਕਿਹਾ ਮੈਡਮ ਮੈਂ ਦਵਾਈ ਤੋਂ ਬਿਨਾਂ ਸੁੱਤੀ, ਮੈਂ ਕੋਈ ਦਵਾਈ ਨਹੀਂ ਖਾਧੀ। ਮੈंने ਕਿਹਾ ਦਵਾਈ ਛੱਡ ਦਿਓ, 1 ਮਿੰਟ ਲਈ ਮੈਨੂੰ ਐਕਸਪੈਰੀਮੈਂਟ ਕਰ ਲੈਣ ਦਿਓ, ਤੁਸੀਂ ਦੋਨੋਂ ਜਣੇ ਬੈਠੇ ਹੋ, ਆਹ ਪ੍ਰੋਬਲਮ ਹੈ, ਇਹਨੂੰ ਆਪਾਂ ਇੱਦਾਂ ਡੀਲ ਕਰ ਲਈਏ। ਅਤੇ ਮੈਨੂੰ ਅੰਦਰੋਂ ਬੜੀ ਸੈਟਿਸਫੈਕਸ਼ਨ ਹੁੰਦੀ ਹੈ, ਚੀਜ਼ਾਂ ਜਿਹੜੀਆਂ ਸੁਧਰ ਜਾਂਦੀਆਂ, ਲੇਕਿਨ ਸਾਨੂੰ ਬਾਹਰ ਆ ਕੇ ਗੱਲ ਕਰਨੀ ਹੋਏ। ਜਿੱਦਾਂ ਹੁਣ ਆਪਾਂ ਗੱਲ ਕੀਤੀ, ਤੁਸੀਂ ਫਿਜ਼ੀਕਲ ਕਾਉਂਸਲਿੰਗ ਦੀ ਵੀ ਗੱਲ ਕੀਤੀ ਕਿ ਤੁਸੀਂ ਉਹਨਾਂ ਜਿਹੜੇ ਤੁਹਾਡੇ ਪੀੜਿਤ ਸੀਗੇ, ਆਪਾਂ ਪੀੜਿਤ ਹੀ ਕਹਿੰਦੇ ਹਾਂ ਕਿਉਂਕਿ ਉਹ ਚੀਜ਼ ਤੋਂ ਲੜ ਰਹੇ ਸੀਗੇ, ਹਾਂ, ਅਤੇ ਜਿਹੜੇ ਪੀੜਿਤ ਹੈ ਤੁਸੀਂ ਫਿਜ਼ੀਕਲੀ ਤਾਂ ਚਲੋ ਬਿਠਾ ਕੇ ਆਪਾਂ ਕਾਉਂਸਲ ਕਰ ਲੈਂਦੇ, ਕੀ ਤੁਹਾਨੂੰ ਨਹੀਂ ਲੱਗਦਾ ਜਦੋਂ ਆਪਾਂ ਫੋਨ 'ਤੇ ਤੁਸੀਂ ਕਾਉਂਸਲ ਕਰਦੇ ਸੀਗੇ, ਫੋਨ ਦੇ ਉੱਤੇ ਬਿਠਾ ਕੇ, ਜਦੋਂ ਭਾਵੇਂ ਤੁਸੀਂ ਤੁਹਾਡੀ ਕਾਨਫਰੰਸ ਕਾਲ ਵੀ ਚੱਲਦੀ ਸੀ, ਫੋਨ ਦੇ ਉੱਤੇ ਕੋਈ ਇਨਸਾਨ ਅੱਧਾ ਘੰਟਾ ਜਾਂ ਘੰਟਾ ਬੇਅਰ ਨਹੀਂ ਕਰ ਸਕਦਾ, ਬਟ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣੇ ਕੌਨਫੀਡੈਂਸ ਲੈਵਲ 'ਚ ਲੈ ਕੇ ਆਉਂਦੇ ਸੀ, ਕਿੱਦਾਂ ਉਹਨੂੰ ਕੰਫਰਟੇਬਲ ਕਰਦੇ ਸੀ ਤਾਂ ਕਿ ਉਹ ਤੁਹਾਡੀਆਂ ਗੱਲਾਂ ਸੁਣੇ ਅਤੇ ਉਸ 'ਤੇ ਅਮਲ ਵੀ ਕਰੇ? ਬੇਟਾ ਤੁਸੀਂ ਸਾਰੇ ਹੀ ਜਣੇ ਬਹੁਤ ਸਿਆਣੇ ਹੋ। ਫੋਨ ਕਾਲ ਤੁਹਾਨੂੰ ਕਿਸੇ ਦੀ ਵੀ ਆਏ, ਜਦੋਂ ਬੰਦਾ ਹੈਲੋ ਹੀ ਕਰਦਾ ਨਾ ਜਾਂ ਪਹਿਲਾ ਸੈਂਟੈਂਸ ਬੋਲਦਾ, ਮੇਰਾ ਖਿਆਲ ਹੈ ਕਿ ਜਿਹੜੀ ਆਵਾਜ਼ ਹੈ, ਜਿਹੜੀ ਸਾਊਂਡ ਹੈ, ਉਹ ਇੰਨੀ ਜਲਦੀ ਟਰੈਵਲ ਕਰਦੀ ਹੈ, ਵਾਈਬ੍ਰੇਸ਼ਨਸ, ਉਹਨਾਂ ਨੂੰ ਪਹਿਲੀ ਲਾਈਨ 'ਚ ਹੀ ਪਤਾ ਲੱਗ ਜਾਂਦਾ ਕਿ ਇਹ ਬੜੇ ਜੈਨੂਅਨ। ਕਾਉਂਸਲਰ ਦੀ ਪਹਿਲੀ ਕੁਆਲਿਟੀ ਹੈ ਕਿ ਉਹ ਜੈਨੂਅਨ ਹੋਣਾ ਚਾਹੀਦਾ, ਔਰ ਜੇ ਪੇਸ਼ੈਂਟਸ ਨੂੰ ਇਹ ਨਾ ਪਤਾ ਲੱਗੇ ਕਿ ਇਹ ਜੈਨੂਅਨ ਨਹੀਂ ਹੈ ਅਤੇ ਜਾਂ ਇਹਦੇ 'ਚ ਪੂਰੀ ਉਹ ਵਾਲੀ ਚੀਜ਼ ਨਹੀਂ ਹੈ, ਕਿਉਂਕਿ ਉਹ ਤਾਂ ਭਾਲ ਰਹੇ ਹੁੰਦੇ, ਉਸ ਵੇਲੇ ਲੱਭ ਰਹੇ ਹੁੰਦੇ ਕਿ ਮੈਨੂੰ ਕੋਈ ਮਿਲੇ। ਅਤੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕਿਸੇ ਤੋਂ ਤੁਸੀਂ ਜੈਨੂਅਨਲੀ ਮਦਦ ਕਰਨ ਲਈ ਖੜੇ ਹੋ ਗਏ ਨਾ, ਉਹਨੂੰ ਪਹਿਲੇ ਸੈਂਟੈਂਸ 'ਚ ਪਤਾ ਲੱਗ ਜਾਂਦਾ ਹੈ ਯੈਸ ਦਿਸ ਇਜ਼ ਅ ਪਲੇਸ, ਇੱਥੇ ਹੈ, ਮੈਂ ਆਪਣੀ ਗੱਲ ਕਰ ਸਕਦਾ। ਅਤੇ ਜੇ ਕਾਉਂਸਲਰ ਇਹੀ ਨਾ ਕ੍ਰੀਏਟ ਕਰ ਸਕਿਆ ਪਹਿਲੇ 2 ਸੈਂਟੈਂਸਾਂ 'ਚ ਹੀ, ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਸਵਾਲਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਹਾਂ ਬਈ ਹੁਣ ਮੇਰੀ ਪ੍ਰੋਬਲਮ ਸੋਲਵ ਹੋ ਜਾਣੀ ਹੈ, ਦੈਨ ਦੇ ਬਿਲੀਵ ਯੂ। ਚਲੋ ਉਹਨਾਂ ਆਪਾਂ ਇਸ ਇੰਟਰਵਿਊ ਨੂੰ ਆਪਾਂ ਅਖੀਰ ਤੱਕ ਲੈ ਕੇ ਜਾਂਦੇ ਹਾਂ। ਸਾਡੇ ਤੋਂ ਜਾਂਦੇ ਇਹੀ ਮੈਸੇਜ ਜਾਣਨਾ ਚਾਹੁੰਦੇ ਕਿ ਜਿਹੜੇ ਵੀ ਦਰਸ਼ਕ ਇਸ ਇੰਟਰਵਿਊ ਨੂੰ ਦੇਖਣਗੇ, ਜਿਨ੍ਹਾਂ 'ਚ ਕਿਤੇ ਨਾ ਕਿਤੇ ਆਪਣੇ ਰਿਸ਼ਤਿਆਂ ਦੇ ਵਿੱਚ ਭਾਵੇਂ ਛੋਟੀ ਜਿਹੀ ਖਟਾਸ ਹੈ, ਥੋੜ੍ਹੀ ਭਾਰੀ ਖਟਾਸ ਹੈ, ਕੀ ਉਹਨਾਂ ਲਈ ਮੈਸੇਜ ਹੋਏਗਾ ਕਿ ਉਹਨਾਂ ਦੀ ਜਿਹੜੀ ਉਹ ਖਟਾਸ ਹੈ ਉਹ ਘੱਟ ਜਾਵੇ ਅਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਇੱਕ ਫੇਰ ਸਮੂਥ ਲਾਈਨ ਦੇ ਵਿੱਚ ਆ ਜਾਵੇ? ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਹੈ ਕਿ ਪੇਸ਼ੈਂਸ, ਕੰਟਰੋਲ,
ਔਰ ਇੱਕਦਮ ਇੰਪਲਸਿਵ ਨਾ ਹੋਵੋ। ਕੋਈ ਵੀ ਗੱਲ ਕਰਨ ਲੱਗੇ, ਕੋਈ ਵੀ ਗੱਲ ਦਾ ਫੈਸਲਾ ਲੈਣ ਲੱਗੇ ਜਾਂ ਕਿਸੇ ਦੇ ਬਾਰੇ ਵਿੱਚ ਕੋਈ ਵੀ ਵਿਚਾਰ ਬਣਾਉਣ ਲੱਗੇ, ਇੱਕਦਮ ਨਾ ਬਣਾਓ। ਚੀਜ਼ਾਂ ਨੇ ਆਪਣੇ ਆਪ ਤੁਹਾਡੀ ਫੇਵਰ 'ਚ ਸ਼ੇਪ ਲੈ ਲੈਣੀ ਹੈ। ਅਗਰ ਤੁਸੀਂ ਠੀਕ ਹੋ ਤੇ ਸਭ ਕੁਝ ਠੀਕ ਹੋ ਜਾਏਗਾ, ਲੇਕਿਨ ਜੇ ਅਸੀਂ ਇੰਪਲਸਿਵ ਹੋ ਜਾਵਾਂਗੇ, ਘਰ ਬਰਬਾਦ ਹੋਣਗੇ ਔਰ ਸਾਡੇ ਜਿਹੜੇ ਬੱਚੇ ਹੈ, ਜਿਹੜੇ ਘਰ 'ਚ ਬੱਚੇ ਆ, ਉਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਹੋਏਗਾ। ਤੁਹਾਡੀ ਦੋਨਾਂ ਦੀ ਸਿਹਤ 'ਤੇ ਅਸਰ ਹੋਏਗਾ, ਤੁਹਾਡੇ ਸਾਰੇ ਪਰਿਵਾਰ 'ਤੇ ਅਸਰ ਹੋਏਗਾ ਔਰ ਸਾਰੇ ਫਿਊਚਰ 'ਤੇ ਅਸਰ ਹੋਏਗਾ। ਕਿਉਂਕਿ ਸੈਪਰੇਸ਼ਨ ਜਾਂ ਡਿਵੋਰਸ ਇਹ ਕੋਈ ਆਪਣੇ ਆਪ 'ਚ ਹੱਲ ਨਹੀਂ ਹੈ, ਇਹ ਅਗਲੀਆਂ ਪ੍ਰੋਬਲਮਸ ਵੀ ਖੜੀਆਂ ਹੁੰਦੀਆਂ। ਪਰ ਕਈ ਸਿਚੁਏਸ਼ਨਸ ਹੁੰਦੀਆਂ ਜਿੱਥੇ ਸੈਪਰੇਸ਼ਨ ਤੇ ਡਿਵੋਰਸ ਜ਼ਰੂਰੀ ਵੀ ਹੋ ਜਾਂਦਾ। ਉੱਥੇ ਕਾਉਂਸਲਰ ਨੂੰ ਚਾਹੀਦਾ ਕਿ ਬੜਾ ਜੈਨੂਅਲੀ ਉਹਨਾਂ ਨੂੰ ਗਾਈਡ ਵੀ ਕਰਦੇ, ਉਹਨਾਂ ਨੂੰ ਸਟਰੋਂਗ ਵੀ ਕਰ ਦੇਵੇ, ਤਾਂ ਕਿ ਉਹ ਅੱਛੀ ਲਾਈਫ ਲੀਡ ਕਰ ਲੈਣ। ਜੇ ਹੈਲਦੀ ਬਣ ਗਿਆ ਲਾਈਫ, ਤੇ ਹੁਣ ਇਹ ਹੈ ਕਿ ਬੈਸਟ ਇਹ ਹੈ ਕਿ ਤੁਹਾਨੂੰ ਚੀਜ਼ਾਂ ਨੂੰ ਬਹੁਤ ਸਲੋਲੀ, ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਇੱਕਦਮ ਪ੍ਰੋਬਲਮ ਆਈ ਨਹੀਂ ਤੇ ਇੱਕਦਮ ਤੁਸੀਂ ਡਿਵੋਰਸ ਤੇ ਪਹੁੰਚੇ ਨਹੀਂ, ਉਹ ਰੋਂਗ ਹੈ। ਪੁਰਾਣੇ ਲੋਕ ਸੀ ਕਈ ਸਾਲ ਇੰਤਜ਼ਾਰ ਕਰਦੇ ਸੀ ਸ਼ਾਇਦ ਇਹ ਠੀਕ ਹੋ ਜੇ, ਔਰ ਚੀਜ਼ਾਂ ਨੂੰ ਆਪਣੀ ਸ਼ੇਪ ਲੈਣ ਦਿਓ, ਪੇਸ਼ੈਂਸ ਰੱਖੋ। ਜੇ ਨਹੀਂ ਲੈਣਗੀਆਂ ਤੇ ਫਿਰ ਫੈਸਲੇ ਲੈ ਲੈਣ। ਬਹੁਤ ਬਹੁਤ ਧੰਨਵਾਦ ਡਾਕਟਰ ਜਸਬੀਰ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਥੈਂਕ ਯੂ ਵੈਰੀ ਮਚ। ਸੋ ਇਹ ਸਨ ਸਾਡੇ ਨਾਲ ਡਾਕਟਰ ਜਸਬੀਰ ਕੌਰ, ਜਿਹਨਾਂ ਨੇ ਦੱਸਿਆ ਕਿ ਕਿਹੜੇ ਮੇਜਰ ਕਾਰਨ ਅਜਿਹੇ ਸਨ ਜਿਨ੍ਹਾਂ ਕਰਕੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਖਾਸ ਕਰਕੇ ਇਸ ਲੋਕਡਾਊਨ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲੇ, ਤੇ ਕਿਸ ਤਰੀਕੇ ਦੇ ਨਾਲ ਉਹਨਾਂ ਕੇਸਿਸ ਨੂੰ ਸੋਲਵ ਕੀਤਾ ਜਾ ਸਕਦਾ, ਇਸ ਬਾਰੇ ਵੀ ਉਹਨਾਂ ਨੇ ਸੁਜੈਸ਼ਨ ਦਿੱਤੀ ਹੈ। ਕੈਮਰਾ ਪਰਸਨ ਸੁਖਵਿੰਦਰ ਸਿੱਧੂ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।